गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरां ने गुरबाणी गुरु विच उपदेश बख्शिश कीता है, जिन्ना भी उपदेश साडे मन नूं दिता जांदा है, साडे मन नूं समझाया जांदा है, जदों हुण आपां इह सिमरन करदे हां, गुरबाणी गुरु नूं पढ़दे हां, ये सारा साडे मन नूं समझाउण वास्ते। महाराज फरमाउंदे ने, मन समझावन कारणे कछुक पढ़िए ज्ञान। बई गुरबाणी नूं पढ़ना मन नूं समझाउण दी खातर, सिमरन करना मन नूं समझाउण दी खातर। की समझाउणा इस नूं? बई जिहड़ा इहदा असल मकसद है संसार विच आउण दा, भी वो ही पूरा कर लवे। परमात्मा निरंकार तो साडा विछोड़ा पिया है, ते वापस मिला पर लवे मालक नाल, ताकि जिहड़ा साडा ये आवागुण दा चक्कर है, जो असीं वार वार संसार दे विच आ रहे हैं, ये साडा चक्कर खत्म हो जाए। हुण उहदे वास्ते भुले हुए मन नूं समझाया जांदा है भी इस संसार दे विच तूं आया, तैनूं मानस जामा हुण काहदे वास्ते मिले। सतगुरु फिर इहनूं समझाउंदे भी तूं भुल ना, परमात्मा दे गुण गा, उहदा सिमरन कर, उहदी भगती कर। बई मानस जामे दा होर कोई लाभ नहीं, तैनूं इहो लाभ है। सतगुरु फरमाउंदे, भजो गोबिंद भूल मत जाहो, मानस जन्म का यही लाभ। बई ये मानस जामे विच ही असीं भगती कर सकते, देवी देवते वो भी भगती नहीं कर सकते। सिर्फ एक मानस जामा ही है जिहदे विच सानूं ये मौका, ये वारी दित्ती जाती है कि हुण असीं भगती कर लीए, हुण असीं मालक नाल मिलाप कर लीए, अपने आपे दी पहचान कर लीए। ये सिर्फ आपां नूं ही है। हुण 84 लख जून तो उत्तम जो ये सानूं मानस जामा मिले, ये सानूं वारी,
ਇਹਦੇ ਵਿੱਚ ਹੁਣ ਅਸੀਂ ਭਗਤੀ ਕਰ ਸਕਦੇ ਹਾਂ। ਮਾਰੇ ਫਰਮਾਉਂਦੇ ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਬਈ ਇਹ ਮਾਨਸ ਦੇਹੀ ਵਿੱਚ ਭਗਤੀ ਹੋ ਸਕਦੀ। ਤੇ ਜਿਹੜਾ ਹੁਣ ਭਗਤੀ ਤੋਂ ਹੀਣਾ ਹੈ, ਜਿਹੜੇ ਜੀਵ ਸਿਮਰਨ ਨਹੀਂ ਕਰਦੇ, ਨਹੀਂ ਭਗਤੀ ਕਰਦੇ, ਫਿਰ ਉਹਨੂੰ ਕਹਿੰਦੇ ਵੀ ਇਹ ਭਗਤੀ ਤੋਂ ਹੀਣਾ, ਇਸ ਸੰਸਾਰ 'ਚ ਆਇਆ ਕੀ ਕਰਨ ਵਾਸਤੇ। ਵੀ ਇਹ ਜਿਹੜਾ ਇਹਨੂੰ ਮਾਨਸ ਜਾਮਾ ਮਿਲੇ ਆ, ਇਹ ਤਾਂ ਇਹਨੇ ਸਾਰਾ ਵਿਅਰਥ ਹੀ ਖਰਾਬ ਕਰ ਲਿਆ। ਮਾਰੇ ਫਰਮਾਉਂਦੇ ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਾ ਨਾ ਕੀਨੀ ਬਿਰਥਾ ਜਨਮ ਗਵਾਇਆ। ਬਈ ਭਗਤੀ ਤੋਂ ਹੀਣਾ ਜੀਵ ਜਿਹਨੇ ਪੂਰੇ ਗੁਰੂ ਦੀ ਆਰਾਧਨਾ ਨਹੀਂ ਕੀਤੀ ਤੇ ਆਪਦਾ ਜੀਵਨ ਸੀ ਜਿਹੜਾ ਉਹ ਵਿਅਰਥ ਖਰਾਬ ਕਰ ਲਿਆ ਉਹਨੇ। ਹੁਣ ਇਹ ਭਗਤੀ ਹੈ ਕੀ ਹੈ? ਉਹ ਪੂਰੂ ਗੁਰੂ ਕਿਹੜਾ ਹੈ ਜਿਹਦੀ ਮਹਾਰਾਜ ਕਹਿੰਦੇ ਵੀ ਇਹਨੇ ਆਰਾਧਨਾ ਨਹੀਂ ਕੀਤੀ, ਭਗਤੀ ਤੋਂ ਹੀਣੇ ਨੇ। ਉਹ ਪੂਰਾ ਗੁਰੂ ਹੈ ਸ਼ਬਦ, ਜਿਹਨੂੰ ਸ਼ਬਦ ਗੁਰੂ ਆਖਿਆ ਗੁਰੂ ਨਾਨਕ ਦੇ ਘਰ ਨੇ। ਨਾਮ ਪਰਮਾਤਮਾ ਦੇ ਮੁਖ ਦੀ ਆਵਾਜ਼, ਸਹਿਜ ਧੁਨ, ਉਹਨੂੰ ਸੁਣਨਾ ਹੀ ਇਹ ਭਗਤੀ ਹੈ। ਪਰਮਾਤਮਾ ਬੋਲ ਰਿਹਾ, ਸਾਡੇ ਮਨ ਨੇ ਸੁਣਨਾ, ਉਦੋਂ ਕਹਿੰਦੇ ਵੀ ਇਹ ਭਗਤੀ ਕਰਦੇ ਨੇ। ਤੇ ਭਗਤੀ ਜਦ ਤੱਕ ਇਹ ਕਰੇਗਾ ਨਹੀਂ, ਉਹਨਾਂ ਸਮਾਂ ਇਹ ਮਨ ਦੀ ਮੈਲ ਨਹੀਂ ਉਤਰੇਗੀ। ਮਹਾਰਾਜ ਇਸ ਲਈ ਸਾਨੂੰ ਸਮਝਾਉਂਦੇ ਵੀ ਸਾਡੀ ਭਗਤੀ ਹੀ ਸਹਿਜ ਧੁਨ ਤੋਂ ਸ਼ੁਰੂ ਹੁੰਦੀ, ਨਾਮ ਤੋਂ। ਰਮਾਉਂਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ, ਬਿਨ ਭਗਤੀ ਮੈਲ ਨਾ ਜਾਈ। ਬਈ ਭਗਤੀ ਤੋਂ ਬਿਨਾਂ ਇਹ ਮਨ ਦੀ ਮੈਲ ਨਹੀਂ ਜਾਂਦੀ। ਤੇ ਭਗਤੀ ਹੋਣੀ ਸਾਡੀ ਸ਼ੁਰੂ ਨਾਮ ਤੋਂ। ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਇਹ ਇਸੇ ਕਰਕੇ ਕਰਦੇ ਹਾਂ ਵੀ ਤਾਂ ਕਿ ਸਾਡਾ ਮਨ ਉਹ ਭਗਤੀ ਤੱਕ ਪਹੁੰਚ ਜਾਵੇ। ਬਈ ਇਹ ਭਗਤੀ ਕਰਨ ਲੱਗ ਜੀ, ਉਹ ਸ਼ਬਦ ਗੁਰੂ ਦੀ ਆਰਾਧਨਾ ਕਰਨ ਲੱਗ ਜੀ, ਜਿਸ ਨੂੰ ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ। ਵੀ ਅੰਤਰਗਤ ਗੁਰੂ ਦੀ ਆਰਾਧਨਾ ਕਰ, ਗੁਰੂ ਦੀ ਸੇਵਾ ਕਰ। ਹੁਣ ਉਹ ਗੁਰੂ ਦੀ ਸੇਵਾ ਜਿਹੜੀ ਉਹ ਇਹਨਾਂ ਹੱਥਾਂ ਪੈਰਾਂ ਨਾਲ ਨਹੀਂ ਹੁੰਦੀ। ਗੁਰੂ ਦੀ ਸੇਵਾ ਜਿਹੜੀ ਉਹ ਸਾਡੀ ਸੁਰਤੀ ਨੇ ਕਰਨੀ, ਤੇ ਸੁਣ ਸੁਣ ਕੇ ਕਰਨੀ, ਸੁਣ ਸੁਣ ਕੇ ਗੁਰੂ ਦੀ ਸੇਵਾ ਹੁੰਦੀ। ਪਰਮਾਤਮਾ ਬੋਲ ਰਿਹਾ, ਸਾਡੀ ਸੁਰਤੀ ਨੇ ਬਸ ਸੁਣੀ ਜਾਣਾ। ਜਿਸ ਵਰਥਾਏ ਮਾਰੇ ਫਰਮਾਉਂਦੇ ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਦ ਸੁਣਤਾ। ਬਈ ਪਰਮਾਤਮਾ ਬੋਲ ਰਿਹਾ, ਉਹਨੂੰ ਅਸੀਂ ਸੁਣਨਾ ਵੀ ਉਹ ਕੀ ਬੋਲ ਰਿਹਾ। ਹੁਣ ਮਾਲਕ ਲਗਾਤਾਰ ਹੀ ਬੋਲੀ ਜਾ ਰਿਹਾ ਸਾਡੇ ਅੰਦਰ, ਉਹ ਕਦੇ ਚੁੱਪ ਹੁੰਦਾ ਨਹੀਂ। ਮਾਰੇ ਫਰਮਾਉਂਦੇ ਠਾਕਰ ਹਮਾਰਾ ਸਦ ਬੁਲੰਤ, ਵੀ ਸਾਡਾ ਜੋ ਠਾਕਰ ਹੈ ਮਾਲਕ, ਉਹ ਸਦਾ ਬੋਲਦਾ। ਹੁਣ ਮਾਲਕ ਬੋਲ ਰਿਹਾ ਤੇ ਅਸੀਂ ਉਹਦੀ ਆਵਾਜ਼ ਨੂੰ ਸੁਣਨਾ, ਉਦੋਂ ਕਹਿੰਦੇ ਭਗਤੀ ਕਰਦੇ। ਮਾਲਕ ਦੀ ਜੋ ਆਵਾਜ਼ ਹੈ ਨਾਮ, ਉਸੇ ਨੂੰ ਹੀ ਹੁਕਮ ਆਖੀਏ। ਸਾਡੇ ਸਾਰਿਆਂ ਦੇ ਮਨਾਂ ਵਾਸਤੇ
ਉਹ ਹੁਕਮ ਹੈ ਅਕਾਲ ਪੁਰਖ ਦਾ। ਜੇ ਅਸੀਂ ਉਹ ਨਾਮ ਨੂੰ ਸੁਣਦੇ ਹਾਂ, ਅਸੀਂ ਉਹ ਹੁਕਮ ਦੇ ਦਾਇਰੇ ਵਿੱਚ ਆ ਜਾਂਦੇ। ਜੇ ਅਸੀਂ ਉਹ ਹੁਕਮ ਨੂੰ ਬੁੱਝ ਲੈਂਦੇ ਹਾਂ ਅਤੇ ਸਾਡਾ ਮਨ ਹੈ ਜਿਹੜਾ ਹਉਮੈ ਤੋਂ ਰਹਿਤ ਹੋ ਜਾਂਦਾ। ਇਸ ਲਈ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ, ਨਾਨਕ ਹੁਕਮੇ ਜੇ ਬੂਝੇ ਤਾਂ ਹਉਮੈ ਕਹੇ ਨਾ ਕੋਈ। ਜੇ ਅਸੀਂ ਉਹ ਹੁਕਮ ਨੂੰ ਬੁੱਝ ਲਾਂਗੇ ਅਤੇ ਮਨ ਹਉਮੈ ਹੰਕਾਰ ਤੋਂ ਰਹਿਤ ਹੋ ਜਾਏਗਾ। ਇਹਦੇ ਜੋ ਵੀ ਕਰਦਾ ਹੁਕਮ ਦੇ ਵਿੱਚ, ਫਿਰ ਇਹਦੇ ਵਾਸਤੇ ਉਹ ਕੋਈ ਪਾਪ ਨਹੀਂ ਹੁੰਦਾ, ਕਿਉਂਕਿ ਹੁਕਮ ਦੇ ਦਾਇਰੇ ਵਿੱਚ ਰਹਿ ਕੇ ਕਰਦਾ। ਅਤੇ ਜਿਹੜੇ ਹੁਕਮ ਤੋਂ ਵਾਕੀ ਹੋ ਗਏ, ਜਿਨ੍ਹਾਂ ਨੇ ਹੁਕਮ ਨੂੰ ਨਹੀਂ ਬੁੱਝਿਆ, ਨਹੀਂ ਜਾਣਿਆ, ਉਹ ਫਿਰ ਜੋ ਵੀ ਕਰਦੇ ਉਹਨੂੰ ਗੁਰਬਾਣੀ ਗੁਰੂ 'ਚ ਕਹਿੰਦੇ ਵੀ ਇਹ ਪਾਪ ਕਰ ਰਹੇ, ਇਹ ਹੁਕਮ ਤੋਂ ਵਾਕੀ ਹੋ ਕੇ ਕਰ ਰਹੇ ਨੇ। ਅਤੇ ਜਿਹੜਾ ਹੁਕਮ ਤੋਂ ਵਾਕੀ ਹੈ ਉਹਨੂੰ ਕਹਿੰਦੇ ਵੀ ਇਹ ਪਾਪੀ ਹੈ, ਇਹ ਚੋਰ ਹੈ, ਇਹ ਅਪਰਾਧੀ ਹੈ, ਇਹ ਗੁਨਾਹਗਾਰ ਹੈ, ਕਿਉਂਕਿ ਹੁਕਮ ਤੋਂ ਵਾਕੀ ਹੋਇਆ ਹੋਇਆ। ਅਤੇ ਉਹ ਜੋ ਵੀ ਫਿਰ ਕਰਮ ਕਰਦਾ ਨਾਮ ਨੂੰ ਵਿਸਾਰ ਕੇ ਮਾਲਕ ਨੂੰ, ਫਿਰ ਉਹਨੂੰ ਕਹਿੰਦੇ ਵੀ ਇਹ ਪਾਪ ਕਮਾ ਰਹੇ, ਇਹ ਅਪਰਾਧ ਕਰਦਾ। ਅਤੇ ਉਹ ਚੋਰ ਦੇ ਫਿਰ ਇਸ ਤਰ੍ਹਾਂ ਕੁੱਟ ਪੈਂਦੀ ਜਿਵੇਂ ਆਪਾਂ ਸੰਸਾਰ 'ਚ ਦੇਖਦੇ, ਜਿਵੇਂ ਆਮ ਜੀਵ ਕਹਿ ਦਿੰਦਾ ਵੀ ਅੱਗਾ ਕਿਹੜਾ ਕਿਸੇ ਨੇ ਦੇਖਿਆ ਜੀ, ਸਾਰਾ ਕੁਛ ਦੁੱਖ ਸੁੱਖ ਇੱਥੇ ਹੀ ਨਹੀਂ। ਉਹ ਫਿਰ ਸਤਿਗੁਰਾਂ ਨੇ ਸਾਨੂੰ ਉਦਾਹਰਨ ਦੇ ਕੇ ਸਮਝਾਇਆ ਵੀ ਜਿਵੇਂ ਸੰਸਾਰੀ ਚੋਰ ਕਿਸੇ ਦੇ ਦੂਜੇ ਘਰ ਸੰਨ ਲਾਉਂਦਾ, ਚੋਰੀ ਕਰਦਾ, ਉਹਦੇ ਕੁੱਟ ਪੈਂਦੀ, ਉਹ ਮੌਕੇ 'ਤੇ ਫੜ ਲਿਆ ਜਾਵੇ। ਇਸੇ ਤਰ੍ਹਾਂ ਹੀ ਜਿਹੜੇ ਹੁਕਮ ਤੋਂ ਵਾਕੀ, ਉਹਨਾਂ ਦੇ ਫਿਰ ਅੰਤ ਸਮੇਂ ਜਮਾਂ ਤੋਂ ਕੁੱਟ ਪੈਂਦੀ। ਮਹਾਰਾਜ ਫਰਮਾਉਂਦੇ, ਜਿਨੀ ਨਾਮ ਵਸਾਰਿਆ ਬਹੁ ਕਰਮ ਕਮਾਵਣ ਹੋਰ, ਨਾਨਕ ਜੰਪੁਰ ਬੱਧੇ ਮਾਰੀਏ ਜਿਉ ਸੰਨੀ ਉੱਪਰ ਚੋਰ। ਬਈ ਜਿਵੇਂ ਉਹ ਚੋਰ ਸੰਨ ਲਾਉਂਦਾ ਉਹਨੂੰ ਕੱਟਦੇ, ਇਸੇ ਤਰ੍ਹਾਂ ਹੀ ਜਿਹੜੇ ਹੁਕਮ ਤੋਂ ਵਾਕੀ ਹੋ ਗਏ ਉਹ ਫਿਰ ਮਾਰੇ ਕਹਿੰਦੇ ਚੋਰ ਨੇ। ਹੁਣ ਇਸ ਵਾਸਤੇ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਫਿਰ ਸਮਝਾਉਂਦੇ ਵੀ ਹੁਕਮ ਦੇ ਵਿੱਚ ਆ, ਹੁਕਮ ਦੇ ਦਾਇਰੇ ਵਿੱਚ ਆ, ਭਗਤੀ ਕਰ। ਬਈ ਜਿਹੜਾ ਭਗਤੀ ਤੋਂ ਹੀਣਾ ਹੈ ਉਹਨੂੰ ਕਹਿੰਦੇ ਵੀ ਤੂੰ ਸੁੱਖ ਨਹੀਂ ਲੈ ਸਕਦਾ, ਤੂੰ ਸੁਖੀ ਨਹੀਂ ਹੋ ਸਕਦਾ। ਵੀ ਨਾਮ ਤੋਂ ਬਿਨਾਂ, ਭਗਤੀ ਤੋਂ ਵਿਹੂਣਾ ਜੀਵ ਆਖੇ ਵੀ ਮੈਨੂੰ ਸੁੱਖ ਮਿਲੇਗਾ, ਅਤੇ ਉਹਨੂੰ ਸੁੱਖ ਮਿਲਣਾ ਨਹੀਂ ਮਨ, ਕਿਉਂਕਿ ਮਨ ਨੇ ਹੋਰ ਦੁਖੀ ਹੋਈ ਜਾਣਾ, ਹੋਰ ਅਸ਼ਾਂਤ ਹੋਈ ਜਾਣਾ। ਹੁਣ ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਉਹ ਹੁਕਮ ਦਾ ਭੇਦ ਦਿੰਦੇ, ਉਹ ਹੁਕਮ ਦੇ ਬਾਰੇ ਸਾਨੂੰ ਦੱਸਦੇ ਵੀ ਹੁਕਮ ਤਾਂ ਇੱਕੋ ਹੀ ਹੈ ਸਾਡੇ ਸਾਰਿਆਂ ਲਈ, ਪਰ ਉਹ ਹੁਕਮ ਕੀ ਹੈ, ਉਹਦਾ ਗਿਆਨ, ਉਹਦਾ ਭੇਦ ਸਾਨੂੰ 1430 ਅੰਗ ਗੁਰਬਾਣੀ ਗੁਰੂ ਵਿੱਚ ਸਤਿਗੁਰੂ ਦੇ ਰਹੇ ਨੇ। ਮਾਰੇ ਫਰਮਾਉਂਦੇ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀ। ਕਿ ਸਾਡੇ ਸਾਰਿਆਂ ਦੇ ਮਨਾਂ ਵਾਸਤੇ ਇਹ ਹੁਕਮ ਇੱਕੋ ਹੀ ਹੈ, ਨਾਮ ਪਰਮਾਤਮਾ ਦੀ ਆਵਾਜ਼। ਅਤੇ ਸਤਿਗੁਰੂ ਸਾਨੂੰ ਉਹ ਹੁਕਮ ਨੂੰ ਬੁਝਾਉਂਦੇ, ਉਹ ਹੁਕਮ ਦਾ ਭੇਦ ਦਿੰਦੇ ਵੀ ਉਹ ਹੁਕਮ ਹੈ ਕਿੱਥੇ, ਉਹ ਹੁਕਮ ਕੀ ਹੈ, ਕਿਵੇਂ ਅਸੀਂ ਉਹ ਹੁਕਮ ਨੂੰ ਸੁਣ ਸਕਦੇ ਹਾਂ, ਕਿਵੇਂ ਅਸੀਂ ਉਹ ਹੁਕਮ ਦੇ ਦਾਇਰੇ ਵਿੱਚ ਆ ਸਕਦੇ। ਹੁਣ ਸਾਰੀ ਕਹਾਣੀ ਇਹ ਨਾਮ ਦੇ ਇਰਦ ਗਿਰਦ ਘੁੰਮਦੀ। ਸਾਡੀ ਸੁਰਤੀ ਜਿਹੜੀ, ਸਾਡਾ ਮਨ, ਜਦੋਂ ਅਸੀਂ ਮਾਤਾ ਦੇ ਗਰਭ 'ਚ ਹੁੰਦੇ ਹਾਂ ਉਦੋਂ ਅਸੀਂ ਇਹ ਨਾਮ ਨਾਲ ਜੁੜੇ ਹੁੰਦੇ ਹਾਂ। ਤਾਂਹੀਓ ਸਾਨੂੰ ਉੱਥੇ ਮਾਤਾ ਦੀ ਗਰਭ ਦੇ ਵਿੱਚ ਜਿਹੜਾ ਸੇਕ ਅਗਨ ਉਹ ਪਾਉਂਦਾ ਨਹੀਂ,
ਉੱਥੇ 9 ਦਰ ਬੰਦ ਹੁੰਦੇ ਅਤੇ ਆਪਣਾ ਮਨ 10ਵੇਂ 'ਚ ਹੁੰਦਾ ਅਤੇ 10ਵੇਂ ਵਿੱਚ ਉਹ ਨਾਮ ਹੈ, ਸ਼ਬਦ ਦੇ ਨਾਲ ਜੁੜੇ ਹੁੰਦੇ ਆ। ਉਹ ਸਾਡੇ ਜੀਵਨ ਦਾ ਪਹਿਲਾ ਪੈਰ ਹੁੰਦਾ ਹੈ ਅਤੇ ਉੱਥੇ ਅਸੀਂ ਉਰਦਮੁਖੀ ਹੁੰਦੇ। ਉਰਦ ਕਹਿੰਦੇ ਉੱਪਰ ਅਤੇ ਇੱਧਰ ਕਹਿੰਦੇ ਅਰਧ। ਇੱਧਰ ਆਉਂਦੇ ਆ, ਇੱਧਰ ਅਰਧਮੁਖੀ ਹੋ ਜਾਂਦੇ ਅਤੇ ਉੱਧਰ ਉਰਦਮੁਖੀ ਹੁੰਦੇ ਉੱਪਰ। ਜਿਵੇਂ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਦਰੱਖਤ, ਬਿਰਖ, ਇਸੇ ਤਰ੍ਹਾਂ ਹੀ ਇਹ ਸਰੀਰ ਨੂੰ ਵੀ ਤਰਬ ਰੱਖ ਬਿਰਖ ਦੇਣੇ ਆਈਏ। ਦਰੱਖਤ ਦੀਆਂ ਜੜ੍ਹਾਂ ਆਪਾਂ ਦੇਖਦੇ ਹਾਂ ਵੀ ਥੱਲੇ ਜੜ੍ਹਾਂ ਹੁੰਦੀਆਂ, ਉੱਪਰ ਨੂੰ ਤਾਹਾਂ ਨੂੰ ਟਾਹਣੀਆਂ ਨੇ ਉੱਥੇ। ਆਪਣਾ ਜਿਹੜਾ ਉਲਟ ਹੈ, ਆਪਣੀਆਂ ਉੱਪਰ ਜੜ੍ਹਾਂ ਨੇ, ਇਹ ਥੱਲੇ ਨੂੰ ਸ਼ਾਖਾ ਨੇ, ਇਹ ਲੱਤਾਂ ਬਾਹਾਂ। ਹੁਣ ਆਪਾਂ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦੇ ਹਾਂ ਉਦੋਂ ਅਸੀਂ ਉੱਪਰ ਹੁੰਦੇ ਹਾਂ, ਉਰਦਮੁਖੀ। ਅਤੇ ਉੱਥੇ ਆਪਾਂ ਨੂੰ ਆਹ ਭਾਸ਼ਾ ਤਾਂ ਆਉਂਦੀ ਨਹੀਂ ਸੰਸਾਰ ਦੀ ਜਿਹੜੀ, ਇਹ ਭਾਸ਼ਾ ਤਾਂ ਇੱਧਰ ਆ ਕੇ ਆਪਾਂ ਸਿੱਖਦੇ ਹਾਂ, ਬੱਚੇ ਨੂੰ ਸਿਖਾਉਂਦੇ ਹਾਂ, ਹੌਲੀ ਹੌਲੀ ਉਹ ਬੋਲਣਾ ਸ਼ੁਰੂ ਕਰਦਾ। ਹੁਣ ਉੱਥੇ ਕਿਹੜਾ ਸਿਮਰਨ ਹੈ ਜਿਹੜਾ ਫਿਰ ਮਨ ਕਰਦਾ ਹੈ, ਅਤੇ ਉਹ ਕਰਨ ਕਰਕੇ ਉਹਨੂੰ ਸੇਕ ਵੀ ਨਹੀਂ ਲੱਗਦਾ। ਉੱਥੇ ਅਗਨ ਦੇ ਵਿੱਚ ਹੁੰਦੇ ਹੋਏ ਵੀ ਉਹਨੂੰ ਅਗਨ ਪਾਉਂਦੀ ਨਹੀਂ। ਜਿਸ ਵਰਤਾਏ ਮਾਰੇ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੀ। ਵੀ ਜਦੋਂ ਅਸੀਂ ਮਾਂ ਦੇ ਗਰਭ 'ਚ ਸੀ ਉੱਥੇ ਤੂੰ ਆਪਦਾ ਸਿਮਰਨ ਦੇ ਕੇ ਸਾਡੀ ਰੱਖਿਆ ਕੀਤੀ, ਸਾਨੂੰ ਉੱਥੇ ਸੇਕ ਨਹੀਂ ਲੱਗਣ ਦਿੱਤਾ। ਹੁਣ ਉੱਥੇ ਸਿਮਰਨ ਹੈ ਇਹ ਨਾਮ, ਹੁਕਮ। ਇਹ ਸਾਡਾ ਮਨ ਹੁਕਮ ਦੇ ਵਿੱਚ ਹੁੰਦਾ, ਨਾਮ ਨੂੰ ਸੁਣ ਰਿਹਾ ਹੁੰਦਾ। ਇਹ ਨਾਮ ਠੰਡਾ ਹੈ, ਇਸ ਕਰਕੇ ਇਹਨੂੰ ਸੇਕ ਲੱਗਦਾ ਹੀ ਨਹੀਂ ਉੱਥੇ। ਜਿਹਨੂੰ ਮਾਰੇ ਕਹਿੰਦੇ ਕੱਲ ਤਾਤੀ ਠੰਡਾ ਹਰਨਾਓ, ਵੀ ਤਾਪਸ਼ ਹੈ ਜਿਹੜੀ ਉਹ ਮਾਇਆ ਦੇ ਵਿੱਚ, ਅਤੇ ਨਾਮ ਠੰਡਾ ਹੈ। ਠੰਡਾ ਹੋਣ ਕਰਕੇ ਨਾਮ ਇਹ ਵੀ ਠੰਡਾ ਹੁੰਦਾ ਹੈ, ਸ਼ੀਤਲ ਹੁੰਦਾ, ਇਹਨੂੰ ਸੇਕ ਲੱਗਦਾ ਹੀ ਨਹੀਂ। ਉਹ ਸਾਡੇ ਜੀਵਨ ਦਾ ਫਿਰ ਪਹਿਲਾ ਪੈਰ ਹੁੰਦਾ, ਅਤੇ ਉੱਥੇ ਇਹੀਓ ਬੇਨਤੀਆਂ ਜੋਤੜੀਆਂ ਮਾਲਕ ਨੂੰ, ਭਗਤੀ ਵੀ ਨਾਮ ਦੇ ਨਾਲ ਜੁੜੇ ਹਾਂ, ਅਤੇ ਇਹੀਓ ਸਾਰਾ ਕੁਛ ਹੈ, ਅਰਦਾਸ, ਬੇਨਤੀ, ਜੋਦੜੀ, ਭਗਤੀ। ਜਿਸ ਵਰਤਾਏ ਮਾਰੇ ਫਰਮਾਉਂਦੇ ਪਹਿਲੇ ਪਹਿਰੇ ਰਹਿਣ ਕੀ ਵਣਜਾਰੇ ਆ ਮਿੱਤਰ, ਹੁਕਮ ਭਇਆ ਗਰਵਾਸ ਔਰਦ ਤਪ ਅੰਤਰ ਕਰੀ ਵਣਜਾਰੇ ਆ ਮਿੱਤਰ, ਖਸਮ ਸੇਤੀ ਅਰਦਾਸ। ਹੁਣ ਉੱਥੇ ਮਨ ਉਰਦਮੁਖੀ ਹੁੰਦਾ ਅਤੇ ਮਾਲਕ ਨੂੰ ਅਰਦਾਸ ਕੀ ਬੇਨਤੀਆਂ, ਵੀ ਉਹ ਨਾਮ ਦੇ ਨਾਲ ਜੁੜਿਆ। ਆਹ ਤਾਂ ਉਹਨੂੰ ਭਾਸ਼ਾ ਆਉਂਦੀ ਨਹੀਂ ਉੱਥੇ ਆਪਾਂ ਜਿਹੜੀਆਂ ਆਹ ਆਪਾਂ ਸੰਸਾਰ ਦੀ ਭਾਸ਼ਾ ਬੋਲਦੇ, ਇਹ ਨਹੀਂ ਉੱਥੇ ਹੈਗੀ। ਮਾਲਕ ਦੀ ਭਾਸ਼ਾ ਅਨਹਦ। ਹੁਣ ਉਸ ਹੁਕਮ ਦੇ ਦਾਇਰੇ ਵਿੱਚ ਜਦੋਂ ਸਾਡਾ ਮਨ ਹੁੰਦਾ, ਇਹਨੂੰ ਫਿਰ ਤਾਂ ਕਰਕੇ ਉਹ ਅਗਨ ਪਾਉਂਦੀ ਨਹੀਂ। ਫਿਰ ਉੱਥੇ ਮਨ ਨੂੰ ਇਹੀਓ ਸਮਝਾਇਆ ਜਾਂਦਾ ਵੀ ਜਿੱਦਾਂ ਦੀ ਹੁਣ ਮਾਤਾ ਦੇ ਗਰਭ ਦੀ ਅਗਨ, ਇੱਦਾਂ ਦੀ ਸੰਸਾਰ 'ਚ ਬਾਹਰ ਮਾਇਆ, ਇੱਕੋ ਜਿਹੀ ਹੈ ਦੋਵੇਂ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਮਾਲਕ ਨੇ ਖੇਲ ਰਚੀ। ਹੁਣ ਉੱਥੇ ਤਾਂ ਗਰਭ ਦੇ ਵਿੱਚ ਅਸੀਂ ਨਾਮ ਦੇ ਨਾਲ ਜੁੜੇ ਸੀ ਅਤੇ ਸਾਡੀ ਰੱਖਿਆ ਹੋਈ। ਹੁਣ ਜਿਉਂ ਹੀ ਇੱਧਰ ਆਏ, ਨਾਮ ਨਾਲੋਂ ਟੁੱਟ ਗਈ, ਅਤੇ ਸਾਡਾ ਮਨ ਜਿਹੜਾ ਇੱਧਰ ਹੁਣ ਮਾਇਆ ਦੇ ਵਿੱਚ ਆ ਗਿਆ, ਅਤੇ ਮਾਇਆ ਨੂੰ ਅਗਨ ਆਖੀ।
ਉਹਨੇ ਅਗਨ ਮਨ ਨੂੰ ਸਾੜਦੀ ਹੈ, ਫਿਰ ਦੁਖੀ ਹੁੰਦਾ, ਸ਼ਾਂਤ ਹੁੰਦਾ। ਸਭ ਤੋਂ ਪਹਿਲਾਂ ਸਾਡਾ ਕੁਟੁੰਬ, ਪਰਿਵਾਰ, ਇਹ ਅਗਨ, ਫਿਰ ਅੱਗੇ ਸੰਸਾਰ ਅਗਨ, ਅਤੇ ਮਨ ਨੇ ਅਗਿਆਨਤਾ 'ਚ ਅੱਗ ਦੇ ਨਾਲ ਪਾ ਲਿਆ ਪਿਆਰ, ਮੋਹ ਪਾ ਲਿਆ। ਹੁਣ ਇਹ ਜਿੰਨਾ ਪਿਆਰ ਕਰਦਾ ਓਨਾ ਹੀ ਇਹ ਅੱਗ ਨੂੰ ਸਾੜਦੀ, ਓਨਾ ਹੀ ਇਹ ਦੁਖੀ ਹੁੰਦਾ। ਫਿਰ ਤਾਈਓ ਸਤਿਗੁਰੂ ਸਮਝਾਉਂਦੇ, ਕਹਿੰਦੇ ਅਗਨ ਕੁਟੁੰਬ, ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ। ਬਈ ਮਨ ਨੇ ਅਗਿਆਨਤਾ ਦੇ ਵਿੱਚ, ਭਰਮ ਦੇ ਵਿੱਚ ਪੈ ਕੇ ਹੁਣ ਅੱਗ ਦੇ ਨਾਲ ਪਿਆਰ ਪਾਇਆ। ਹੁਣ ਇਹ ਸੜੀ ਵੀ ਜਾਂਦਾ ਹੈ, ਦੁਖੀ ਵੀ ਹੋਈ ਜਾਂਦਾ ਹੈ। ਅਤੇ ਮਹਾਰਾਜ ਕਹਿੰਦੇ ਵੀ ਜੇ ਤੂੰ ਹੁਣ ਹੁਕਮ ਨੂੰ ਬੁੱਝ ਲਈ, ਹੁਕਮ ਦੇ ਦਾਇਰੇ ਵਿੱਚ ਆ ਜੀ, ਫਿਰ ਤੂੰ ਇਹ ਅਗਨ ਤੋਂ ਬਚ ਸਕਦਾ, ਨਹੀਂ ਤਾਂ ਇਹ ਅਗਨ ਤੈਨੂੰ ਸਾੜ ਦੇਗੀ। ਹੁਣ ਇਸ ਵਾਸਤੇ ਫਿਰ ਜੋ ਪਰਮਾਤਮਾ ਦਾ ਹੁਕਮ ਹੈ ਉਹ ਸਾਡੇ ਮਨ ਵਾਸਤੇ ਜਾਣਨਾ ਬਹੁਤ ਜ਼ਰੂਰੀ ਹੈ। ਸਾਡੇ ਵਾਸਤੇ ਇਹ ਮਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਜੇ ਹੁਕਮ ਨੂੰ ਬੁੱਝੇਗਾ, ਹੁਕਮ ਦੇ ਵਿੱਚ ਆਏਗਾ ਅਤੇ ਫਿਰ ਹੀ ਸੁਖੀ ਰਹਿ ਸਕਦਾ। ਜੇ ਹੁਕਮ ਤੋਂ ਆਕੀ ਹੀ ਰਿਹਾ ਅਤੇ ਫਿਰ ਇਹਨੇ ਖਵਾਰੀ, ਫਿਰ ਇਹਨੂੰ ਖਵਾਰੀ ਜਿਹਨੂੰ ਮਹਾਰਾਜ ਕਹਿੰਦੇ ਹਰ ਵਿਸਰਤ ਸਦਾ ਖਵਾਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋ ਓਟ ਤਹਾਰੀ। ਵੀ ਜਿਨ੍ਹਾਂ ਨੇ ਤਾਂ ਨਾਮ ਨੂੰ ਆਪਣਾ ਓਟ ਆਸਰਾ ਬਣਾ ਲਿਆ ਉਹ ਤਾਂ ਸੁਖੀ ਹੋ ਗਏ, ਜਿਨ੍ਹਾਂ ਨੇ ਮਾਲਕ ਨੂੰ ਵਸਾਰੀ ਰੱਖਿਆ, ਹੁਕਮ ਤੋਂ ਆਕੀ ਰਹੇ, ਅਤੇ ਉਹਨਾਂ ਨੂੰ ਸਦਾ ਖਵਾਰ ਹੁੰਦੇ ਵਾਰ-ਵਾਰ ਘਰਾਂ ਦੇ ਵਿੱਚ, ਜੂਨਾਂ ਦੇ ਵਿੱਚ। ਇਸ ਵਾਸਤੇ ਫਿਰ ਸਤਿਗੁਰੂ ਇਹ ਸਾਡੇ 'ਤੇ ਪਰਉਪਕਾਰ ਕਰਦੇ ਵੀ ਤੁਸੀਂ ਖਵਾਰਨਾ। ਜੋ ਆਪਾਂ ਪੜ੍ਹਦੇ ਹਾਂ ਨਾ ਦੋਹਰਾ ਦੇ ਵਿੱਚ, ਵੀ ਜਿਹੜੇ ਮਾਲਕ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ, ਵੀ ਉਹ ਸ਼ਬਦਾਂ ਦੇ ਵਿੱਚ ਸਾਰਾ ਗਿਆਨ ਦਿੱਤਾ ਹੋਇਆ, ਵੀ ਉਹ ਸ਼ਬਦ ਦੀ ਖੋਜ ਕਰਕੇ ਮਿਲ ਸਕਦੇ। ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮਿਲੇ। ਫਿਰ ਉਹ ਕਹਿੰਦੇ ਵੀ ਜਿਹੜੇ ਆਕੀ ਰਹਿਣਗੇ ਵੀ ਉਹ ਖਵਾਰ ਹੋਣਗੇ, ਅਤੇ ਜਿਹੜੇ ਸ਼ਰਨ 'ਚ ਆ ਜਾਣਗੇ ਉਹ ਖਵਾਰ ਹੋਏ ਉਹ ਫਿਰ ਮਿਲ ਪੈਣਗੇ। ਉਹ ਫਿਰ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਜੇ ਹੁਕਮ ਨੂੰ ਬੁੱਝ ਕੇ ਹੁਕਮ ਦੇ ਵਿੱਚ ਆ ਜਾਣਗੇ, ਸਤਿਗੁਰਾਂ ਦਾ ਵਚਨ ਮੰਨ ਲੈਣਗੇ, ਤਾਂ ਉਹ ਖਵਾਰ ਹੋਏ ਫਿਰ ਮਿਲ ਪੈਣਗੇ, ਅਤੇ ਨਹੀਂ ਤਾਂ ਖਵਾਰ ਹੁੰਦੇ ਹੀ ਰਹਿਣਗੇ ਵਾਰ-ਵਾਰ ਕਾਰਾਂ ਦੇ ਵਿੱਚ। ਸੋ ਇਸ ਵਾਸਤੇ ਹੁਣ ਆਪਾਂ ਨੂੰ ਇਹ ਚੌਥਾ ਯੁੱਗ ਹੈ ਖਵਾਰ ਹੁੰਦਿਆਂ ਨੂੰ, ਬਈ ਅੱਗੇ ਦੀ ਅੱਗੇ ਅਸੀਂ ਤੁਰੇ ਹੀ ਆ ਰਹੇ। ਅਤੇ ਹੁਣ ਸਤਿਗੁਰੂ ਆਪਾਂ ਨੂੰ ਫਿਰ ਇਹ ਸਾਰਾ ਭੇਤ ਦੇ ਰਹੇ, ਸਮਝਾ ਰਹੇ ਵੀ ਤੁਸੀਂ ਹੁਣ ਹੁਕਮ ਨੂੰ ਬੁੱਝ ਕੇ ਜੇ ਹੁਕਮ ਦੇ ਵਿੱਚ ਆ ਜਾਓਗੇ ਅਤੇ ਤੁਸੀਂ ਸਦਾ ਵਾਸਤੇ ਜੀਵਨ ਮੁਕਤ, ਸਦਾ ਲਈ ਅਮਰ ਹੋ ਸਕਦੇ। ਹੁਣ ਇਹ ਅਕਾਲ ਪੁਰਖ ਦਾ ਵਿਧਾਨ ਹੈ, ਮਾਲਕ ਦਾ, ਵੀ ਜਿਹੜਾ ਵੀ ਜੀਵ ਮੁਕਤ ਹੋਣਾ ਚਾਹੁੰਦਾ ਹੈ ਉਹ ਨਾਮ ਨੂੰ ਬੁੱਝੇ, ਹੁਕਮ ਨੂੰ ਬੁੱਝੇ, ਹੁਕਮ ਦੇ ਵਿੱਚ ਆਵੇ, ਅਤੇ ਫਿਰ ਉਹ ਮੁਕਤ ਹੋਵੇਗਾ। ਨਹੀਂ ਤਾਂ ਹੋਰ ਸੰਸਾਰ ਦੇ ਵਿੱਚ ਅਸੀਂ ਲੱਖਾਂ ਪਾ ਕਰ ਲਈਏ, ਅਸੀਂ ਮੁਕਤ ਨਹੀਂ ਹੋ ਸਕਦੇ। ਮਹਾਰਾਜ ਇਸ ਲਈ ਸਾਨੂੰ ਸਮਝਾਉਂਦੇ, ਬਿਨ ਨਾਮੇ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋ ਨਾਉ ਨਾ ਪਾਵੇ, ਪ੍ਰਭ ਐਸੀ ਬਣਤ ਬਣਾਈ। ਪਰਮਾਤਮਾ ਦਾ ਇਹ ਵਿਧਾਨ ਹੈ ਕਿ ਜਿਹੜਾ ਵੀ ਜੀ ਮੁਕਤ ਹੋਣਾ ਚਾਹੁੰਦਾ ਉਹ ਨਾਮ ਨੂੰ ਬੁੱਝ ਕੇ
ਉਹ ਨਾਮ ਦੇ ਦਾਇਰੇ ਵਿੱਚ ਆਵੇ ਅਤੇ ਫਿਰ ਉਹ ਮੁਕਤ ਹੋਏਗਾ। ਹੁਣ ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਜੀਵ ਨਾਮ ਨੂੰ ਵਿਸਾਰੀ ਬੈਠੇ ਉਹਨਾਂ ਦਾ ਤਾਂ ਆਉਣਾ ਜਾਣਾ ਬਣਿਆ ਹੀ ਰਹਿੰਦਾ। ਨਾਨਕ ਨਾਮ ਵਿਸਾਰਿਆਂ ਆਵਣ ਜਾਣਾ ਦੋਏ, ਵੀ ਦੋਨੇ ਹੀ ਆਉਣਾ ਵੀ ਅਤੇ ਜਾਣਾ ਵੀ ਬਣਿਆ ਹੀ ਰਹਿਣਾ। ਜੇ ਨਾਮ ਨੂੰ ਵਿਸਾਰੀਏ ਤਾਂ ਨਾਮ ਨੂੰ ਭੁੱਲੇ, ਨਾਮੋਂ ਭੁੱਲੀ ਜੇ ਫਿਰ ਆਮੂ ਜਾਊ। ਬਈ ਬਾਹਰੀ ਬੇਸ਼ੱਕ ਜੀਵ ਕਿੰਨਾ ਵੀ ਪੁੰਨ ਦਾਨ ਕਰ ਲਵੇ, ਕਿੰਨਾ ਤੀਰਥਾਂ 'ਤੇ ਜਾ ਵੜੇ, ਇਸ਼ਨਾਨ ਕਰ ਲਵੇ, ਪਰ ਜਦ ਤੱਕ ਹਰੀ ਦੀ ਭਗਤੀ ਨਹੀਂ ਕਰਦਾ ਉਹ ਮੁਕਤ ਨਹੀਂ ਹੋ ਸਕਦਾ। ਤਾਈਓ ਮਾਰੇ ਸਮਝਾਉਂਦੇ ਕਹਿੰਦੇ ਨਾਵਣ ਕੋ ਤੀਰਥ ਘਣੇ, ਪੂਜਣ ਕੋ ਬਹੁ ਦੇਵ। ਬਈ ਪੂਜਣ ਵਾਸਤੇ ਬਹੁਤ ਦੇਵੀ ਦੇਵਤੇ ਜੀ ਪੂਜਾ ਕਰਦੇ ਆਪੋ ਆਪਣੀ ਮੱਤ ਦੁਆਰਾ। ਕੋਈ ਪੱਥਰਾਂ ਦੀ ਪੂਜਾ ਕਰਦਾ ਹੈ, ਕੋਈ ਪਸ਼ੂਆਂ ਦੀ ਪੂਜਾ ਕਰਦਾ ਹੈ, ਕੋਈ ਦਰੱਖਤਾਂ ਦੀ ਪੂਜਾ ਕਰਦਾ ਹੈ, ਕੋਈ ਵੱਡੇ ਵਡੇਰਿਆਂ ਦੀ ਪੂਜਾ ਕਰਦਾ, ਕੋਈ ਥਾਂ ਥਾਂ 'ਤੇ ਮਿੱਟੀਆਂ ਕੱਢਦਾ ਫਿਰਦਾ, ਕੋਈ ਮੜੀਆਂ ਮਸਾਣੀਆਂ ਨੂੰ ਪੂਜਦਾ। ਹੁਣ ਸਤਿਗੁਰੂ ਕਹਿੰਦੇ ਵੀ ਇੱਦਾਂ ਛੁਟਕਾਰਾ ਨਹੀਂ ਹੋ ਸਕਦਾ। ਨਾਵਣ ਕੋ ਤੀਰਥ ਘਣੇ, ਪੂਜਣ ਕੋ ਬਹੁ ਦੇਵ। ਵੇਦਾਂ ਦਾ ਬਹੁਤ ਕੁਛ, ਮਨ ਬੌਰਾ ਰੇ, ਵੀ ਮਨ ਜਿਹੜਾ ਇਹ ਬੌਰਾ ਹੋਇਆ ਕਮਲਾ ਹੋਇਆ। ਕਹਿਦ ਕਬੀਰ ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਵੀ ਜਦ ਤੱਕ ਹਰੀ ਦੀ ਸੇਵਾ ਨਹੀਂ ਕਰਦਾ ਪਰਮਾਤਮਾ ਦੀ, ਜਦ ਤੱਕ ਹੁਕਮ ਨੂੰ ਮੰਨਦਾ ਨਹੀਂ ਉਹਨਾਂ ਸਮੇਂ ਦਾ ਛੁਟਕਾਰਾ ਨਹੀਂ, ਛੁੱਟ ਨਹੀਂ ਸਕਦਾ। ਇਸ ਵਾਸਤੇ ਫਿਰ ਬਹੁਤੇ ਜੀਵਨ ਨੂੰ ਤਾਂ ਪਤਾ ਹੀ ਨਹੀਂ ਬਈ ਅਸੀਂ ਪੂਜਾ ਕਰਨੀ ਕਿਹਦੀ, ਅਸੀਂ ਸਿਮਰਨ ਕਿਹਦਾ ਕਰਨਾ। ਹੁਣ ਉੱਦਾਂ ਕਹਿਣਗੇ ਅਸੀਂ ਗੁਰਬਾਣੀ ਨੂੰ ਗੁਰੂ ਮੰਨਦੇ, ਅਤੇ ਗੁਰਬਾਣੀ ਗੁਰੂ ਤਾਂ ਸਾਨੂੰ ਸਪਸ਼ਟ ਸਮਝਾਉਂਦੇ ਵੀ ਕਿਹਦੀ ਪੂਜਾ ਕਰਨੀ, ਮਾਲਕ ਦੀ, ਪਰਮਾਤਮਾ ਦੀ। ਗੁਰੂ ਸਾਹਿਬਾਨ ਭਗਤ ਜਨ ਸਾਨੂੰ ਉਹਦੀ ਪੂਜਾ ਕਰਨ ਨੂੰ ਕਹਿ ਰਹੇ ਜਿਹਦੀ ਉਹ ਆਪ ਕਰਦੇ ਨੇ। ਜਿਨ੍ਹਾਂ ਦੀ ਸੇਵਾ ਉਹ ਆਪ ਕਰਦੇ ਉਹ ਸਾਨੂੰ ਉਹਨਾਂ ਦੀ ਸੇਵਾ 'ਤੇ ਲਾਉਂਦੇ। ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਾਰੇ ਪਾਤਸ਼ਾਹੀਆਂ ਜਿੰਨੇ ਭਗਤ ਹੋਏ ਉਹਨਾਂ ਨੇ ਸਾਨੂੰ ਕੋਈ ਆਪਦੇ ਸਰੀਰ ਨਾਲ ਨਹੀਂ ਜੋੜਿਆ। ਉਹਨਾਂ ਨੇ ਆਖਿਆ ਵੀ ਤੁਸੀਂ ਉਹਨੂੰ ਮੰਨੋ ਜਿਹਨੂੰ ਅਸੀਂ ਮੰਨਦੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਮੈਂ ਵੀ ਦਾਸ ਹਾਂ ਜਿਹਦਾ ਅਕਾਲ ਪੁਰਖ ਦਾ, ਜਿਹਨੇ ਮੈਨੂੰ ਭੇਜਿਆ ਸੀ। ਮੈਂ ਹੂੰ ਪਰਮ ਪੁਰਖ ਕੋ ਦਾਸ, ਦੇਖਣ ਆਇਓ ਜਗ ਤਮਾਸ਼ਾ। ਮੈਨੂੰ ਵੀ ਤਾਂ ਉਹਨੇ ਭੇਜਿਆ, ਅਤੇ ਜਿਹਨੇ ਮੈਨੂੰ ਭੇਜੇ ਤੁਸੀਂ ਉਹਨੂੰ ਮੰਨੋ, ਤੁਸੀਂ ਉਹਦੀ ਪੂਜਾ ਕਰੋ। ਪਰ ਮਾਰੇ ਕਹਿੰਦੇ ਵੀ ਜੋ ਭਗਵਾਨ ਮਾਲਕ ਵੀ ਉਹਦਾ ਜੀਵ ਭੇਦ ਨਹੀਂ ਲੈਂਦੇ ਅਤੇ ਆਪੋ ਆਪਣੀ ਮੱਤ ਦੁਆਰਾ ਪੂਜਾ ਕਰਦੇ। ਅਤੇ ਉਹ ਆਪਾਂ ਨੂੰ ਰੋਜ਼ ਸਮਝਾਉਂਦੇ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਣ ਧਾਇਓ। ਕੂਰ ਕਿਰਿਆ ਮੈਂ ਔਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨ ਪਾਇਓ। ਮਾਰੇ ਕਹਿੰਦੇ ਵੀ ਇਹ ਸਾਰੇ ਕੋਈ ਬੁੱਤਾਂ ਦੀ ਪੂਜਾ, ਕੋਈ ਪਸ਼ੂਆਂ ਦੀ, ਕੋਈ ਮਰਿਆਂ ਦੀ, ਵੀ ਇਹ ਸਾਰੇ ਕੂੜ ਦੇ ਨਾਲ ਜੁੜੇ ਹੋਏ। ਵੀ ਜੋ ਪਰਮਾਤਮਾ ਨਿਰੰਕਾਰ ਵਾਹਿਗੁਰੂ ਉਹਦਾ ਤਾਂ ਭੇਤ ਹੀ ਨਹੀਂ ਇਹਨਾਂ ਨੂੰ, ਵੀ ਅਸੀਂ ਉਹਦੀ ਅਰਾਧਨਾ ਕਰਨੀ ਜਿਹੜਾ ਹਰ ਥਾਂ 'ਤੇ ਮੌਜੂਦ ਹੈ। ਵੀ ਅਸੀਂ ਉਹਦਾ ਹੁਕਮ ਮੰਨਣਾ ਜੋ ਹਰ ਥਾਂ 'ਤੇ ਉਹ ਹੁਕਮ ਚੱਲ ਰਿਹਾ। ਜਿੱਥੇ ਪਰਮਾਤਮਾ ਹੈ ਉੱਥੇ ਨਾਮ ਵੀ ਹਰ ਥਾਂ 'ਤੇ ਮੌਜੂਦ ਹੈ।
ऐसी कोई ਥਾਂ नहीं जिथे परमात्मा नहीं, तो जिथे परमात्मा है उत्थे उन्हां दी आवाज़ भी मौजूद है। इसलिए महाराज कहते बैन नामे ना ही को थाओ, भी ऐसी कोई थां ही नहीं जिथे परमात्मा नहीं तो नाम नहीं है। हुण इस वास्ते सच्चे पातशाह सानूं कहंदे बई पूजा उहदी हुंदी है भी जिन्हों सब तो वध ज्ञान है, जिहड़ा सानूं उपदेश देवे। जिवें हुण आपां गुरु ग्रंथ साहिब जी महाराज इन्हां नूं आके आपां सीस झुकाउंदे हां, क्योंकि ये सानूं उपदेश दिंदे ने, सानूं सोझी दिंदे ने जीवन दी, सानूं भुलिया होइआं नूं ये रस्ता दसदे। इनूं महाराज कहंदे भूले मार्ग जिन्हें बताया, ऐसा गुर बड़ा भागी पाया। हुण सतगुरु कहंदे भी तुसीं विचारो तां सही, भी जे हुण जीव किसी दरख्त की पूजा करदा भी वो दरख्त की उपदेश देगा, उन्होंने कोई अपने नालों वध थोड़ी ज्ञान है दरख्त नूं। जां कोई पत्थर की पूजा करदा भी वो पत्थर आपां नूं की उपदेश देगा, पत्थर सानूं डोब तां लेगा, तार थोड़ी सकदा। जां जिहड़े मृतक जिन्हां दी जी पूजा करदा, जिन्हां नूं वड्डे वडेरिआं नूं कहिंदा, वो सानूं की देणगे जे उन्हां ने आप ही नहीं भगती कीती, वो तां आप खवार होए। जे तां उन्होंने भगती की, सिमन कीता, नाम नूं बुझिया हुक्म दे विच आ गए, फिर तो सदा वास्ते मालक च लीन हो गए। तो जिहड़ा मालक च लीन हो गया उहदी तां इच्छा ही नहीं हुंदी भी लोग मेरी पूजा करन जां मैनूं मन्नण। वो तां कहंदा भी जिहनूं मैं मनदा उहनूं मन्नो, परमात्मा नूं। ते जे वो मिलिया नहीं तो वह खवार होएगा, अगे जूना च चला गया। तो उत्थे तो कोई बैठा ही नहीं भी जे कोई आखे भी मैनूं मन्नो, जे नहीं मन्नोगे तो मैं तुहाडा नुकसान करूँ। जाणी दी जीव नूं ना भेद ना सोझी होण करके इन्नी अगिआनता दे विच जीव चले गए ने, वो मरिਆਂ तो डरी जाते। उन्हां दियां ही वो छोटियां छोटियां मटियां बना के उन्होंने पूजी जाते। तो महाराज सच्चे पातशाह जिहड़ी चीज़ तो सानूं समझाउंदे, वर्जित करदे, ज्ञान दिंदे भी तुसीं उहदे बारे विचारो तां सही, सोचो तां सही। पर उधर नूं जिहड़े जीव की सोच वो बंद कीती हुई है इन्हां ने, भी जदों सतसंगत नहीं करेगा, नहीं सिमरन करेगा तो वो इन्ना ज़्यादा अज्ञानता चला जाएगा भी उन्होंने इन्ना सोचण का मौका ही नहीं मिलेगा। भी इन्ने विचार हावी हो जाएंगे भी इन्नी वो गहराई च जाएगा ही नहीं भी वो ये बारे विचार कर सके। इस वास्ते फिर सतगुरु जिथे सानू हुक्म का भेद देंदे, सानू समझाउंदे ते नाल नाल फिर वो सानू इस संसार दे विच जो असी त्रै गुणां दे विच विचरदे हां, सानू ये भी ज्ञान दिंदे भी इस संसार दे विच किवें जीव भरम दे विच पई हुई अज्ञानता दे विच। इस वास्ते फिर आपां नूं कहिंदे भी उहनूं सिमरो जिहड़ा जन्म मरण तो रहत, जिहड़ा आउंदा जांदा नहीं, जिन्हों महाराज कहंदे साहिब मेरा सदा सदा ना आवे ना जाए, वो अविनाशी पुरख है सब मेरे समाई। भी वो अविनाशी है जिहदा कदे नाश नहीं हुंदा, जिहड़ा कदे मिटदा नहीं। इस वास्ते जे असी वो अविनाशी नूं मन्नांगे तो साडा मन भी अविनाशी हो जाएगा। जे हुण मन दूजे नूं ही मनदा रहा, दूजा की ये सारा दूजे नूं मन्नना। जो ये महाराज दसदे ना भी बुतां दी पूजा, दरख्तां दी पूजा, मरियां दी पूजा, श्राद्ध करने, ये सब दूजा है। तो महाराज कहंदे भी जिहड़े एक नूं छड्ड के दूजे नाल डुੱਬ जाणगे। खसम छोड़
ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਹੇ ਆ ਵੀ ਉਹ ਡੁੱਬਣਗੇ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਚਾਕਰੀ, ਇਹਨੂੰ ਕਹਿੰਦੇ ਵੀ ਅਵੇ ਤਵੇ ਦੀ, ਇੱਧਰ ਉੱਧਰ ਦੀ। ਵੀ ਇੱਕ ਤਾਂ ਹੁੰਦੀ ਚਾਕਰੀ ਮਾਲਕ ਦੀ, ਪਰਮਾਤਮਾ ਦੀ, ਵਾਹਿਗੁਰੂ ਦੀ। ਇੱਕ ਹੁੰਦੀ ਅਵੇ ਤਵੇ ਦੀ, ਇੱਧਰ ਉੱਧਰ ਦੀ। ਵੀ ਜਿੱਧਰ ਜੀਵ ਨੇ ਕਹਿ ਦਿੱਤਾ ਉੱਧਰ ਨੂੰ ਤੁਰ ਗਏ। ਅਤੇ ਇਹਨੂੰ ਮਹਾਰਾਜ ਕਹਿੰਦੇ ਅਵੇ ਤਵੇ ਕੀ ਚਾਕਰੀ ਕਿਉਂ ਦਰਗਾਹ ਪਾਵੇ, ਪੱਥਰ ਕੀ ਬੇੜੀ ਜੇ ਚੜ੍ਹੇ ਭਰ ਨਾਲ ਵਡਾਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਦਰਗਾਹ ਦੇ ਵਿੱਚ ਕਿਵੇਂ ਥਾਂ ਮਿਲੇ ਉਹਨੂੰ। ਚਾਕਰੀ ਤਾਂ ਇੱਧਰ ਉੱਧਰ ਦੀ, ਮਾਇਆ ਦੀ। ਅਤੇ ਬੇੜੀ ਕਿਹਦੇ 'ਤੇ ਸਵਾਰ ਹੋਇਆ? ਪੱਥਰ ਦੀ 'ਤੇ। ਪੱਥਰ ਦੀ ਬੇੜੀ ਦੇ ਉੱਤੇ ਜੀਵ ਸਵਾਰ ਹੋਵੇ ਅਤੇ ਉਹਨੇ ਤਾਂ ਡੁੱਬਣਾ ਹੀ ਡੁੱਬਣਾ, ਭਾਰ ਨਾਲ ਹੀ ਡੁੱਬ ਜਾਣਾ ਉਹਨੇ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਚਾਕਰੀ ਉਹਦੀ ਕਰੋ, ਮਾਲਕ ਦੀ, ਨਿਰੰਕਾਰ ਦੀ, ਪਰਮਾਤਮਾ ਦੀ, ਜੋ ਹਰ ਥਾਂ 'ਤੇ ਮੌਜੂਦ ਹੈ, ਸਾਡੇ ਅੰਦਰ ਵੀ ਬਾਹਰ ਵੀ। ਅਤੇ ਮਾਲਕ ਦੀ ਚਾਕਰੀ ਕਰਾਂਗੇ ਅਤੇ ਸੌਖੀ ਸੁੱਖ, ਆਨੰਦ ਹੀ ਆਨੰਦ। ਤਾਈਓਂ ਭਗਤਾਂ ਨੇ ਆਖਿਆ ਵੀ ਜਿਹੜਾ ਸੁੱਖ ਤੇਰੀ ਚਾਕਰੀ ਕਰਕੇ, ਤੇਰੀ ਸੇਵਾ ਕਰਕੇ, ਉਹ ਤਾਂ ਸੰਸਾਰ ਦੇ ਰਾਜ ਭਾਗ ਦੇ ਵਿੱਚ ਵੀ ਹੈ। ਮਹਾਰਾਜ ਕਹਿੰਦੇ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀਏ। ਵੀ ਜਿਹੜਾ ਸੁੱਖ ਗੋਬਿੰਦ ਦੀ ਸੇਵਾ ਕਰਕੇ, ਵਾਹਿਗੁਰੂ ਦੀ ਸੇਵਾ ਕਰਕੇ, ਅਤੇ ਉਹ ਸੁੱਖ ਕਿਤੇ ਹੋਰ ਨਹੀਂ ਹੈ ਸੰਸਾਰ ਦੇ ਵਿੱਚ। ਇਸ ਵਾਸਤੇ ਫਿਰ ਜਦੋਂ ਗੁਰਮੁਖਾਂ ਨੂੰ ਭੇਤ ਆ ਗਿਆ, ਸੋਝੀ ਆ ਗਈ ਵੀ ਤੇਰਾ ਹੀ ਨੌਕਰ ਚਾਕਰ ਬਣ ਕੇ, ਤੇਰੀ ਚਾਕਰੀ ਕਰਕੇ ਬਹੁਤ ਸੁੱਖ ਹੈ। ਇਹਨੂੰ ਮਨ ਬੇਨਤੀਆਂ ਕਰਦਾ ਵੀ ਸਾਨੂੰ ਵੀ ਆਪਦੇ ਚਾਕਰ ਬਣਾ ਲਾ, ਨੌਕਰ ਬਣਾ ਲਾ। ਮਹਾਰਾਜ ਕਹਿੰਦੇ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੀ ਗੋਲੀ। ਵੀ ਆਪਦੇ ਘਰ ਦੇ ਗੁਲਾਮ, ਅਤੇ ਜਿਹੜਾ ਨੌਕਰ ਹੁੰਦਾ ਉਹਨੇ ਸੇਵਾ ਕਰਨੀ ਮਾਲਕ ਦੀ, ਉਹਨੇ ਹੁਕਮ ਮੰਨਣਾ ਵੀ ਜੋ ਮਾਲਕ ਕਹਿੰਦਾ ਉਹਦੇ ਹੁਕਮ ਦੇ ਵਿੱਚ ਰਹਿਣਾ। ਅਤੇ ਜਿਹੜਾ ਨੌਕਰ ਮਾਲਕ ਦਾ ਹੁਕਮ ਮੰਨਦਾ ਹੈ ਅਤੇ ਮਾਲਕ ਉਹਨੂੰ ਪਿਆਰ ਕਰਦਾ ਹੀ ਕਰਦਾ ਵੀ ਇਹ ਮੇਰਾ ਨੌਕਰ, ਮੇਰਾ ਚਾਕਰ, ਵੀ ਜੋ ਮੈਂ ਕਹਿੰਦਾ ਉਹੀਓ ਮੰਨਦਾ। ਇਸ ਵਾਸਤੇ ਫਿਰ ਸਾਡਾ ਜਿਹੜਾ ਮਨ ਹੈ, ਜੇ ਉਹ ਮਾਲਕ ਦੀ ਚਾਕਰੀ ਕਰੇਗਾ ਅਤੇ ਫਿਰ ਸੁੱਖ। ਜਦੋਂ ਇਹ ਦੂਜੇ ਦੀ ਕਰਦਾ ਆਵੇ ਤਵੇ ਦੀ, ਅਤੇ ਫਿਰ ਮਹਾਰਾਜ ਕਹਿੰਦੇ ਦਰਗਾਹ 'ਚ ਤਾਂ ਥਾਂ ਮਿਲ ਹੀ ਨਹੀਂ। ਅਤੇ ਪੱਥਰ ਦੀ ਬੇੜੀ 'ਤੇ ਚੜ੍ਹੇ ਅਤੇ ਡੁੱਬਣਾ ਹੀ ਡੁੱਬਣਾ ਇਹਨੇ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹ ਮਾਨਸ ਜਾਮਾ ਮਿਲਿਆ, ਵੀ ਇਹ ਮਾਨਸ ਜਾਮੇ ਵਿੱਚ ਹੁਣ ਤੁਸੀਂ ਇੰਨਾ ਤਾਂ ਗਿਆਨ, ਇੰਨੀ ਤਾਂ ਸੋਝੀ ਲਵੋ ਨਾ ਵੀ ਅਸੀਂ ਮੰਨਣਾ ਕਿਹਨੂੰ। ਬਈ 84 ਲੱਖ ਜੂਨ ਤੋਂ ਉੱਤਮ ਮਾਨਸ ਜਮ ਸਭ ਤੋਂ ਸ੍ਰੇਸ਼ਟ। ਅਤੇ ਮਾਨਸ ਜਾਮੇ ਵਿੱਚ ਸਭ ਤੋਂ ਉੱਤਮ ਹੁੰਦਾ ਹੋਇਆ ਜੀਵ, ਅਤੇ ਮੰਨੇ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਗਿਆਨ ਨਹੀਂ, ਜਿਨ੍ਹਾਂ ਨੂੰ ਸੋਝੀ ਨਹੀਂ। ਅਤੇ ਇਹ ਤਾਂ ਕਿੱਡੀ ਵੱਡੀ ਅਗਿਆਨਤਾ। ਜਿਵੇਂ ਕਈ ਜੀਵ ਦੇਵੀ ਦੇਵਤਿਆਂ ਦੀ ਪੂਜਾ ਕਰਦੇ, ਹੁਣ ਦੇਵੀ ਦੇਵਤੇ ਉਹ ਮਾਨਸ ਜਾਮੇ ਨੂੰ ਤਰਸਦੇ, ਕਿਉਂਕਿ ਉਹ ਭਗਤੀ ਨਹੀਂ ਕਰ ਸਕਦੇ। ਮਾਨਸ ਜਾਮੇ ਵਿੱਚ ਰਹਿ ਕੇ ਉਹਨਾਂ ਨੇ ਭਗਤੀ ਤਾਂ ਕੀਤੀ ਕੁਝ ਸਮਾਂ, ਅਨਹਦ ਬਾਣੀ ਤੱਕ ਪਹੁੰਚ ਗਏ ਅਤੇ ਸਮਾਂ ਖਤਮ ਹੋ ਗਿਆ ਅਤੇ ਉਹ ਦੇਵਲੋਕ 'ਚ ਜਾ ਵੜੇ। ਹੁਣ ਜਦੋਂ ਦੇਵਲੋਕ 'ਚ ਚਲੇ ਜਾਂਦੇ, ਉੱਥੇ ਉਹ ਭਗਤੀ ਨਹੀਂ ਕਰ ਸਕਦੇ। ਉਹ ਦੇਖਦੇ ਜ਼ਰੂਰ ਆ ਆਪਣਾ ਇਹ ਖੇਲ, ਜਦੋਂ ਆਪਾਂ ਖੇਲਦੇ ਹਾਂ, ਆਪਾਂ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਉਹ ਦੇਖਦੇ ਆਪਾਂ, ਪਰ ਉਹ ਨਹੀਂ ਭਗਤੀ ਕਰ ਸਕਦੇ। ਵੀ ਜੇ ਉਹ ਆਖਣ ਵੀ ਅਸੀਂ ਭਗਤੀ ਕਰ ਲਈਏ, ਉਹਨਾਂ ਨੂੰ ਇਹ ਮੌਕਾ ਨਹੀਂ ਹੈ, ਉਹਨਾਂ ਨੂੰ ਇਹ ਵਾਰੀ ਨਹੀਂ।
ਤਾਂ ਕਰਕੇ ਫਿਰ ਗੁਰਮੁਖ ਜਦੋਂ ਮਾਨਸ ਜਾਮੇ ਵਿੱਚ ਉਹ ਸ਼ਬਦ ਗੁਰੂ ਦੀ ਅਰਾਧਨਾ ਕਰਦੇ ਹੋਏ ਨਾਮ ਦੇ ਵਿੱਚ ਸਮਾਉਂਦੇ, ਉਹਨਾਂ ਦਾ ਜਨਮ ਮਰਨ ਖੰਡਨ ਹੋ ਜਾਂਦਾ, ਉਹ ਮਾਲਕ 'ਚ ਲੀਨ ਹੁੰਦੇ ਜਾ ਕੇ। ਫਿਰ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਮਨ 'ਚ ਵੀ ਚਾਅ ਪੈਦਾ ਹੁੰਦਾ ਦੇਵੀ ਦੇਵਤਿਆਂ ਦੇ। ਫਿਰ ਉਹ ਵੀ ਅਕਾਲ ਪੁਰਖ ਨੂੰ ਬੇਨਤੀਆਂ ਕਰਦੇ ਵੀ ਸਾਡੇ 'ਤੇ ਵੀ ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਮਾਨਸ ਜਾਮਾ ਦਿਓ, ਤਾਂ ਕਿ ਅਸੀਂ ਵੀ ਮਾਨਸ ਜਾਮੇ ਵਿੱਚ ਜਾ ਕੇ ਉੱਥੇ ਭਗਤੀ ਕਰ ਲਈਏ ਅਤੇ ਤੇਰੇ ਵਿੱਚ ਸਦਾ ਵਾਸਤੇ ਲੀਨ ਹੋ ਜਾਈਏ। ਇਸ ਲਈ ਮਹਾਰਾਜ ਸਮਝਾਉਂਦੇ, ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕੈ ਹੀ ਲਾਓ। ਬਈ ਇਹ ਜਿਹੜਾ ਇਹ ਦੇਵੀ ਦੇਵਤੇ ਇਹ ਵੀ ਸਿਮਰਦੇ ਮਾਨਸ ਦੇਹੀ। ਹੁਣ ਅਗਿਆਨਤਾ 'ਚ ਜੀਵ ਮਾਨਸ ਜਾਮੇ 'ਚ ਉਹ ਦੇਵੀ ਦੇਵਤਿਆਂ ਨੂੰ ਮੰਨੀ ਜਾਂਦਾ ਹੈ, ਅਤੇ ਉਹ ਗੁਰਮੁਖਾਂ ਵੱਲ ਦੇਖ ਕੇ ਉਹ ਮਾਨਸ ਜਾਮਾ ਮੰਗੀ ਜਾਂਦੇ ਵੀ ਸਾਨੂੰ ਕਿਤੇ ਮਾਨਸ ਜਾਮਾ ਮਿਲ ਜੇ, ਮਾਨਸ ਦੇਹੀ ਮਿਲ ਜੇ। ਤਾਂ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਹੁਣ ਮਾਨਸ ਜਾਮਾ ਮਿਲਿਆ ਇਹ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ ਹੈ। ਵੀ ਇਹਦੇ ਵਿੱਚ ਹੁਣ ਅਸੀਂ ਭਗਤੀ ਕਰਕੇ ਦੇਵ ਲੋਕ ਤੋਂ ਵੀ ਉੱਪਰ ਜਾ ਕੇ ਮਾਲਕ ਦੇ ਵਿੱਚ ਲੀਨ ਹੋ ਸਕਦੇ, ਉਹਦੇ ਵਿੱਚ ਸਮਾ ਸਕਦੇ। ਤਾਂ ਕਰਕੇ ਫਿਰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਜੋ ਆਪਾਂ ਨੂੰ ਇਹ ਮਾਰਗ ਦੱਸਿਆ ਭਗਤੀ ਦਾ, ਪ੍ਰੇਮ ਦਾ, ਨਾਮ ਦਾ, ਜਿਹਨੂੰ ਅਸੀਂ ਭੁੱਲ ਚੁੱਕੇ, ਜਿਹਨੂੰ ਮਾਰੇ ਕਹਿੰਦੇ ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੇ ਗਵਾਰ। ਵੀ ਇੱਧਰ ਆ ਕੇ ਮਨ ਭੁੱਲ ਗਿਆ ਅਤੇ ਤਾਂਹੀਓ ਇਹ ਖਵਾਰ ਹੋ ਰਹੇ। ਅਤੇ ਜੇ ਹੁਣ ਅਸੀਂ ਇਹ ਪ੍ਰੇਮ ਦੇ ਪੰਥ 'ਤੇ ਚੱਲੀਏ, ਨਾਮ ਦੇ ਨਾਲ ਜੁੜ ਜਾਈਏ, ਅਤੇ ਫਿਰ ਅਸੀਂ ਸਦਾ ਵਾਸਤੇ ਅਮਰ ਹੋ ਸਕਦੇ। ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜਾ ਸਾਨੂੰ ਮਾਨਸ ਜਾਮਾ ਮਿਲਿਆ ਇਹਨੂੰ ਮਾਮੂਲੀ ਨਾ ਸਮਝੋ, ਇਹ ਬੜਾ ਬੜਾ ਮੁੱਲ ਹੈ, ਬੜਾ ਕੀਮਤੀ ਹੈ। ਇਸ ਵਾਸਤੇ ਨਹੀਂ ਮਿਲਿਆ ਵੀ ਅਸੀਂ ਵੈਰ ਵਿਰੋਧ ਕਰ ਲਈਏ, ਲੜਾਈਆਂ ਝਗੜੇ ਕਰ ਲਈਏ, ਈਰਖਾ ਕਰ ਲਈਏ, ਨਫ਼ਰਤ ਕਰ ਲਈਏ, ਸੈਂਸੇ ਫਿਕਰ ਕਰ ਲਈਏ, ਚਿੰਤਾਵਾਂ ਕਰ ਲਈਏ, ਇਸ ਵਾਸਤੇ ਥੋੜ੍ਹੀ ਹੈ। ਇਹ ਤਾਂ ਮਾਨਸ ਜਾਮਾ ਸਾਨੂੰ ਮਿਲਿਆ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ, ਭਗਤੀ ਵਾਸਤੇ। ਤਾਂ ਫਿਰ ਸਾਨੂੰ ਸਤਿਗੁਰੂ ਸਮਝਾਉਂਦੇ ਵੀ ਇੱਕੋ ਹੀ ਇੱਕ ਮਕਸਦ ਹੈ ਸਾਡਾ ਸਾਰਿਆਂ ਦਾ, ਪਰਮਾਤਮਾ ਨੂੰ ਮਿਲਣਾ। ਜਦੋਂ ਮਿਲ ਪਏ ਸਾਡਾ ਸਮਝ ਲਓ ਆਉਣਾ ਇੱਥੇ ਉਹ ਸਫਲ ਹੋ ਗਿਆ, ਅਤੇ ਸਾਡਾ ਜਿਹੜਾ ਮਨੋਰਥ ਸੀ ਉਹ ਪੂਰਾ ਹੋ ਗਿਆ। ਜੋ ਮਹਾਰਾਜ ਆਪਾਂ ਨੂੰ ਰੋਜ਼ ਸਮਝਾਉਂਦੇ ਗੁਰੂ ਅਮਰਦਾਸ ਜੀ, ਵੀ ਕਿਵੇਂ ਸਾਡਾ ਜਿਹੜਾ ਜੀਵਨ ਦਾ ਮਨੋਰਥ ਉਹ ਪੂਰਾ ਹੋਏ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਭ ਪਾਇਆ, ਉਤਰੀ ਸਗਲ ਵਸੂਰੇ। ਦੁੱਖ ਰੋਗ ਸੰਤਾਪ ਉਤਰੀ, ਸੁਣੀ ਸੱਚੀ ਬਾਣੀ। ਜਿਹੜੇ ਮਨ ਨੂੰ ਦੁੱਖ ਰੋਗ ਲੱਗੇ ਹੋਏ ਸੀ ਉਹ ਵੀ ਸਾਰੇ ਖਤਮ ਹੋ ਗਏ ਜਦੋਂ ਸੱਚੀ ਬਾਣੀ ਨੂੰ ਸੁਣ ਲਿਆ, ਨਾਮ ਨੂੰ। ਸੋ ਇਸ ਵਾਸਤੇ ਮਨੋਰਥ ਵੀ ਪੂਰਾ ਹੋ ਗਿਆ, ਉਹ ਸੱਚੀ ਬਾਣੀ ਨੂੰ ਵੀ ਸੁਣ ਲਿਆ, ਸਾਰੇ ਮਨ ਦੇ ਦੁੱਖ ਵੀ ਖਤਮ ਹੋ ਗਏ। ਉਹ ਫਿਰ ਕੀ ਲਾਹਾ ਹੋਇਆ ਉਹ ਆਪਾਂ ਨੂੰ ਸਤਿਗੁਰਾਂ ਨੇ ਬੜਾ ਖੋਲ੍ਹ ਕੇ ਸਮਝਾਇਆ ਆਨੰਦ ਸਾਹਿਬ ਦੀ ਬਾਣੀ ਵਿੱਚ। ਵੀ ਜਦੋਂ ਅਸੀਂ ਇਹ ਸਿਮਰਨ ਕਰਾਂਗੇ, ਭਗਤੀ ਕਰਾਂਗੇ, ਸਾਨੂੰ ਕੀ ਲਾਭ ਪੈਦਾ ਹੋਣਾ, ਕੀ ਸਾਨੂੰ ਲਾਹਾ ਹੋਣਾ। ਜਦੋਂ ਅਸੀਂ ਅਭਿਆਸ ਕਰਾਂਗੇ, ਮਹਾਰਾਜ ਕਹਿੰਦੇ ਵੀ ਉਹਨਾਂ ਗੁਰਮੁਖਾਂ ਦੇ ਅੰਦਰ ਮੇਰੇ 5 ਸ਼ਬਦ ਵੀ ਪ੍ਰਗਟ ਹੁੰਦੇ, ਅਤੇ ਜਿਨ੍ਹਾਂ ਦੇ ਹੋ ਗਏ ਉਹ ਘਰ ਜਿਹੜਾ ਵੱਡੇ ਭਾਗਾਂ ਵਾਲਾ ਬਣ ਗਿਆ। ਵਾਜੇ 5 ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਏ। ਬਈ ਉਹਨਾਂ ਦੇ ਅੰਦਰ ਵੱਜਦੇ ਜਿਨ੍ਹਾਂ ਨੇ ਕਲਾ ਹੁੰਦੀ, ਜੁਗਤੀ, ਤਰੀਕ, ਹੁਨਰ, ਗੁਰ,
ਵੀ ਜਿਨ੍ਹਾਂ ਨੇ ਸਿੱਖ ਲਿਆ, ਗੁਰੂ ਦੀ ਮੱਤ ਲੈ ਲਈ, ਉਹਨਾਂ ਦੇ ਅੰਦਰ ਵੱਜਦੀ। ਅਤੇ ਇੱਥੋਂ ਹੀ ਆਪਣੀ ਗੁਰਮਤ ਸ਼ੁਰੂ ਹੁੰਦੀ, ਗੁਰੂ ਦੀ ਮੱਤ। ਪੰਜੇ ਸ਼ਬਦ ਵਜੇ ਮੱਤ ਗੁਰਮਤ, ਵਡਭਾਗੀ ਅਨਹਦ ਵਜੇ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਵੱਜ ਗਏ ਉਹ ਭਾਗਾਂ ਵਾਲਾ ਘਰ। ਹੁਣ ਵੱਜਣੇ ਕਿਹਨਾਂ ਦੇ ਅੰਦਰ? ਕਹਿੰਦੇ ਜਿਨ੍ਹਾਂ ਨੇ ਕਲਾ ਸਿੱਖੀ। ਕਲਾ ਹੁੰਦੀ ਵੀ ਜੁਗਤੀ। ਹੁਣ ਇਹ ਜੁਗਤੀ ਹੈ ਜੋ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾ ਸਿਮਨ ਦੱਸਦੇ। ਜਦੋਂ ਇਹ ਆਪਾਂ ਜੁਗਤੀ ਦੁਆਰਾ ਸਿਮਨ ਕਰਦੇ, ਆਪਣਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ, ਆਪਾਂ ਅੰਤਰਮੁਖੀ ਹੁੰਦੇ ਹਾਂ। ਜਦੋਂ ਅੰਤਰਮੁਖੀ ਹੋਵਾਂਗੇ ਸਾਡੇ ਅੰਦਰ ਵਾਜੇ ਤਾਂ ਵੱਜ ਹੀ ਰਹੇ ਨੇ। ਜਦ ਤੱਕ ਆਪਣੇ ਸਵਾਸ ਚੱਲ ਰਹੇ, ਆਪਣੇ ਅੰਦਰ ਲਗਾਤਾਰ ਅਨਹਦ ਬਾਣੀ ਵਾਜੇ ਵੱਜਦੇ ਹੀ ਰਹਿਣੇ, ਉਹ ਕਦੇ ਬੰਦ ਹੁੰਦੇ ਹੀ ਨਹੀਂ। ਅਤੇ ਨਾ ਹੀ ਉਹ ਹੋਣੇ ਜਿੰਨਾ ਸਮਾਂ ਸਾਹ ਚੱਲ ਰਹੀ ਸਵਾਸ। ਜਦੋਂ ਸਵਾਸ ਖਤਮ ਹੁੰਦੇ ਫਿਰ ਇਹਦੇ ਵਿੱਚੋਂ ਜੋਤ ਨਿਕਲਦੀ ਹੈ, ਫਿਰ ਹੀ ਮਨ ਜਾਂਦਾ ਹੈ। ਜਿੰਨਾ ਸਮਾਂ ਸਵਾਸ ਚੱਲ ਰਹੀ ਉਨਾ ਸਮਾਂ ਹੀ ਵੱਜਦੇ ਹੀ ਰਹੇ। ਹੁਣ ਇਸ ਕਰਕੇ ਮਹਾਰਾਜ ਕਹਿੰਦੇ ਵੀ ਮਾਲਕ ਤਾਂ ਬੋਲ ਰਹੇ, ਪਰ ਮਨ ਹੈ ਜਿਹੜਾ ਉਹ ਬਾਹਰ ਮੁਖੀ ਹੈ, ਉਹ ਬਾਹਰ ਭੱਜਿਆ ਫਿਰਦਾ। ਤਾਂ ਮਨ ਨੂੰ ਕਹਿੰਦੇ ਵੀ ਬਾਹਰ ਨਹੀਂ ਤੂੰ ਅੰਦਰ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾਈ। ਵੀ ਜੇ ਤੂੰ ਬਾਹਰ ਲੱਭੇਗਾ ਬਾਹਰ ਭਰਮ ਹੈ, ਤੂੰ ਅੰਤਰਮੁਖੀ ਹੋ, ਅੰਦਰ ਲੱਭ। ਹੁਣ ਇਹ ਅੰਦਰ ਜਾਣ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ। ਜਿਉਂ ਜਿਉਂ ਆਪਾਂ ਸਿਮਰਨ ਕਰਾਂਗੇ, ਆਪਦੀ ਆਵਾਜ਼ ਨੂੰ ਪੂਰਾ ਧਿਆਨ ਦੇ ਨਾਲ ਸੁਣਾਂਗੇ, ਅਤੇ ਫਿਰ ਇਹ ਸਾਡੇ ਮਨ ਨੇ ਵਿਚਾਰਾਂ ਤੋਂ ਰਹਿਤ ਹੋ ਕੇ ਅੰਤਰਮੁਖੀ ਹੋਣਾ। ਜਦੋਂ ਅੰਤਰਮੁਖੀ ਹੋਏਗਾ ਤਾਂ ਸਾਨੂੰ ਸਾਡੇ ਅੰਦਰ ਦੀ ਸੂਝੀ ਆਏਗੀ। ਆਓ ਹੁਣ ਕਿਵੇਂ ਅਸੀਂ ਮਨ ਨੂੰ ਅੰਤਰਮੁਖੀ ਕਰਨਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾ ਸਿਮਰਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਜਿਉਂ-ਜਿਉਂ ਆਪਾਂ ਇਹ ਸਿਮਰਨ ਅਭਿਆਸ ਕਰਦੇ ਹਾਂ, ਸਾਡਾ ਮਨ ਬਾਹਰੋਂ ਨੇੜੇ ਆਉਂਦਾ। ਜਿਉਂ-ਜਿਉਂ ਅਭਿਆਸ ਕਰਦੇ ਜਾਵਾਂਗੇ, ਪਹਿਲਾਂ ਨੇੜੇ ਆਏਗਾ, ਕੰਨਾਂ ਨਾਲ ਆਪਦੀ ਆਵਾਜ਼ ਨੂੰ ਸੁਣਾਂਗੇ, ਫਿਰ ਹੌਲੀ-ਹੌਲੀ ਆਪਾਂ ਅੰਤਰਮੁਖੀ ਹੋ ਜਾਣਾ। ਜਦੋਂ ਅੰਤਰਮੁਖੀ ਹੋਵਾਂਗੇ, ਮਾਲਕ ਸਾਡੇ ਅੰਦਰ ਬੋਲ ਰਹੇ ਸਭ ਦੇ ਜੋ ਹੁਕਮ ਹੈ ਉਹ ਸਾਡੇ ਸਾਰਿਆਂ ਦੇ ਅੰਦਰ ਚੱਲਦਾ। ਜਦੋਂ ਅਸੀਂ ਉਹ ਆਵਾਜ਼ ਨੂੰ ਸੁਣਾਂਗੇ ਮਾਲਕ ਦੀ ਨੂੰ, ਉਦੋਂ ਕਹਿੰਦੇ ਵੀ ਇਹ ਹੁਕਮ ਦੇ ਵਿੱਚ ਆ ਗਿਆ। ਜਦੋਂ ਮਨ ਹੁਕਮ 'ਚ ਆ ਜਾਏਗਾ, ਫਿਰ ਇਹਦੇ ਉੱਤੇ ਪਾਪਾਂ ਦੀ ਮੈਲ ਨਹੀਂ ਚੜ੍ਹਦੀ, ਫਿਰ ਇਹ ਅਸ਼ਾਂਤ ਨਹੀਂ ਹੋਏਗਾ, ਫਿਰ ਇਹ ਦੁਖੀ ਨਹੀਂ ਹੋਏਗਾ। ਕਿਉਂਕਿ ਜੋ ਹੁਕਮ ਹੈ ਨਾਮ, ਉਹਨੂੰ ਰਸਾਂ ਦੀ ਖਾਣ ਆਖੀ। ਸਾਡੇ ਮਨ ਵਾਸਤੇ ਸਾਰਾ ਕੁਝ ਫਿਰ ਉਹ ਨਾਮ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਤਾਂਹੀਓ ਸਮਝਾਉਂਦੇ ਵੀ ਜਦੋਂ ਮਨ ਸੁਣੇਗਾ, ਸੁਣਨ ਦੇ ਨਾਲ ਹੀ ਦੁੱਖਾਂ ਪਾਪਾਂ ਦਾ ਨਾਸ ਹੋ ਜੇ। ਸੁਣੇ ਦੁੱਖ ਪਾਪ ਕਾ ਨਾਸ। ਸੋ ਇਸ ਵਾਸਤੇ ਹੁਣ ਹੀ ਆਪਾਂ ਕੋਸ਼ਿਸ਼ ਕਰਨੀ, ਵੱਧ ਤੋਂ ਵੱਧ ਅਭਿਆਸ ਕਰਕੇ ਵੀ ਅਸੀਂ ਉਹ ਮਾਲਕ ਦੀ ਆਵਾਜ਼ ਨੂੰ ਸੁਣੀਏ, ਨਾਮ ਨੂੰ, ਜਿਹਨੂੰ ਸੁਣ ਕੇ ਸਾਡੇ ਦੁੱਖ ਖਤਮ ਹੋਣੇ, ਨਾਸ ਹੋਣੇ, ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋਣਾ, ਅਮਰ ਹੋਣਾ। ਅਤੇ ਵੱਧ ਤੋਂ ਵੱਧ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨ, ਖੋਜਣ ਅਤੇ ਵੱਧ ਤੋਂ ਵੱਧ ਹੀ ਆਪਾਂ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ। ਸੋ ਜੋ ਆਪਣਾ ਸਮਾਗਮ ਚੱਲ ਰਿਹਾ ਗੁਰਦੁਆਰਾ ਬ੍ਰਹਮਿਲਨੀ ਕਾ ਚੌ ਬ੍ਰਹਮ ਗਿਆਨ ਕੇਂਦਰ ਮੋਗਾ, 31 ਤਰੀਕ ਤੱਕ ਅਜੇ ਸਮਾਗਮ ਚੱਲਣਾ, ਜਿਹਦੇ ਵਿੱਚ ਲਗਾਤਾਰ ਹੀ ਸਿਮਰਨ ਅਭਿਆਸ, ਢਾਡੀ ਵਾਰਾਂ, ਕੀਰਤਨ ਅਤੇ ਕਥਕ ਹਨ। ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ ਗੁਰਬਾਣੀ ਗੁਰੂ ਦੁਆਰਾ ਸਾਰਾ ਆਪਾਂ ਨੂੰ ਇਹ ਭੇਜ ਦੇ ਰਹੇ। ਅਤੇ 30 ਤੇ 31 ਨੂੰ ਅੰਮ੍ਰਿਤ ਸੰਚਾਰ ਹੋਣਾ। ਗੁਰਮੁਖ ਜੋ ਵੀ ਗੁਰੂ ਵਾਲੇ ਬਣਨਾ ਚਾਹੁੰਦੇ, ਆਵਾ ਗੁਰੂ ਦੇ ਅੱਗੇ ਪੇਸ਼ ਹੋ ਕੇ ਸਤਿਗੁਰਾਂ ਦੇ ਅੱਗੇ ਸਨਮੁਖ ਹੋਣਾ ਹੁੰਦਾ। ਗੁਰੂ ਨੇ ਆਪਣਾ ਭਰਮ ਦਾ ਪਰਦਾ ਪਾਸੇ ਕਰਕੇ ਆਪਾਂ ਨੂੰ ਪਰਮਾਤਮਾ ਦੇ ਸਨਮੁਖ ਕਰਨਾ ਹੁੰਦਾ। ਟੁੱਟੀ ਹੋਈ ਨਾਮ ਦੇ ਨਾਲ ਸਾਡੀ ਗੰਢਣੀ ਹੁੰਦੀ, ਆਪਣੇ ਮਨ ਦੀ ਜੋਤ ਪ੍ਰਗਟ ਕਰਨੀ ਹੁੰਦੀ। ਸੋ ਇਸ ਵਾਸਤੇ ਫਿਰ ਆਪਾਂ ਗੁਰੂ ਦੀ ਸ਼ਰਨ 'ਚ ਜਾਣਾ ਹੁੰਦਾ, ਵੀ ਤਾਂ ਕਿ ਅਸੀਂ ਆਪਦਾ ਜੀਵਨ ਹੈ ਜਿਹੜਾ ਉਹ ਸਫਲ ਕਰ ਲਈਏ ਅਤੇ ਸਾਡਾ ਆਵਾਗੁਣ ਦਾ ਚੱਕਰ ਜਿਹੜਾ ਮਿਟ ਜੇ। ਸੋ ਇਸ ਵਾਸਤੇ ਫਿਰ ਇਹ ਆਪਾਂ ਸਮਾਂ ਕੱਢ ਕੇ ਸੰਗਤ ਕਰਕੇ ਜੀਵਨ ਦਾ ਆਪਣੇ ਜੋ ਲਾਹਾ ਹੈ ਉਹ ਆਪਾਂ ਲਾਹਾ ਕੱਢ ਸਕਦੇ।
ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ